हेलो डियर स्टूडेंट्स। ਅੱਜ ਆਪਾਂ ਨੈਕਸਟ ਟੌਪਿਕ ਸਟਾਰਟ ਕਰਾਂਗੇ ਸਾਡੇ ਫਸਟ ਚੈਪਟਰ ਦਾ ਆਫ ਸਬਜੈਕਟ ਬੇਸਿਕ ਥਰਮਲ ਹਾਈਡ੍ਰੋਲਿਕਸ ਐਂਡ ਨਿਊਮੈਟਿਕਸ। ਕੱਲ ਅਸੀਂ ਸਟੱਡੀ ਕੀਤਾ ਸੀ what is thermodynamic equilibrium, what is mechanical equilibrium, what is chemical equilibrium. So what is equilibrium means equality। ਜਦੋਂ ਵੀ ਕੋਈ ਦੋ ਸਿਸਟਮ ਔਰ ਦੋ ਸਟੇਟ ਇੱਕ ਦੂਸਰੇ ਦੇ ਨਾਲ ਪ੍ਰੋਪਰਟੀਜ਼ ਦੇ ਅਕੋਰਡਿੰਗ ਮਾਈਕਰੋਸਕੋਪਿਕ ਪ੍ਰੋਪਰਟੀਜ਼ ਦੇ ਅਕੋਰਡਿੰਗ ਸੇਮ ਹੋ ਜਾਣ, ਇਕੁਅਲ ਹੋ ਜਾਣ, ਆਪਾਂ ਉਸ ਕੰਡੀਸ਼ਨ ਨੂੰ ਇਕੁਇਲਿਬ੍ਰੀਅਮ ਕੰਡੀਸ਼ਨ ਕਹਿੰਦੇ ਹਾਂ। The state of thermodynamic equilibrium is said to exist in a system if no change in any macroscopic property and system assumed to be isolated from its surrounding। ਸੋ ਜਦੋਂ ਮੈਕਰੋਸਕੋਪਿਕ ਪ੍ਰੋਪਰਟੀਜ਼ ਸੇਮ ਹੋ ਜਾਂਦੀਆਂ ਹਨ, ਕੋਈ ਚੇਂਜ ਨਹੀਂ ਹੁੰਦਾ ਉਹਨਾਂ ਦੇ ਵਿੱਚ, ਆਪਾਂ ਉਸ ਕੰਡੀਸ਼ਨ ਨੂੰ ਇਕੁਇਲਿਬ੍ਰੀਅਮ ਕੰਡੀਸ਼ਨ ਕਹਿੰਦੇ ਹਾਂ। ਫੋਰ ਐਗਜ਼ਾਮਪਲ, ਅਗਰ ਸਿਸਟਮ ਐਂਡ ਸਰਾਊਂਡਿੰਗ ਦਾ ਪ੍ਰੈਸ਼ਰ ਸੇਮ ਹੈ ਤਾਂ ਉਸ ਕੰਡੀਸ਼ਨ ਨੂੰ ਆਪਾਂ ਮਕੈਨੀਕਲ ਇਕੁਇਲਿਬ੍ਰੀਅਮ ਕਹਿ ਸਕਦੇ ਹਾਂ। ਇਸੇ ਤਰ੍ਹਾਂ ਅਗਰ ਕੋਈ ਕੈਮੀਕਲ ਰਿਐਕਸ਼ਨ ਨਹੀਂ ਹੋ ਰਿਹਾ, ਕੋਈ ਟਰਾਂਸਫਰ ਆਫ ਮਾਸ ਨਹੀਂ ਹੋ ਰਿਹਾ, ਉਸ ਕੰਡੀਸ਼ਨ ਨੂੰ ਆਪਾਂ ਕੈਮੀਕਲ ਇਕੁਇਲਿਬ੍ਰੀਅਮ ਕਹਾਂਗੇ। एंड थर्ड इज थर्मल इक्विलिब्रियम। अगर दो बॉडीज़, दो सिस्टम एंड सराउंडिंग्स दे विच टैंपरेचर चेंज नहीं हो रहा, हीट ट्रांसफर नहीं हो रही, तो दोनों कंडीशंस दे विच थर्मल इक्विलिब्रियम अचीव हो चुका है। एक असी सिंपल एग्जांपल लई सी कि एक सिंपल आयरन का पीस है, कोई दो अलग अलग पीस ने, वन इज़ hot, one is cold. So for example, hot piece का temperature 100 डिग्री सेंटीग्रेड है, दूसरे का टेंपरेचर 10 डिग्री सेंटीग्रेड है। सो ਜਦੋਂ ਆਪਾਂ ਇਸ ਦੋਨਾਂ ਨੂੰ ਫਿਜ਼ੀਕਲ ਕੰਟੈਕਟ ਕਰਾਂਗੇ, ਯਾਨੀ ਕਿ ਆਪਸ ਦੇ ਵਿੱਚ ਕੰਬਾਈਨ ਕਰਾਂਗੇ, ਜੋੜਾਂਗੇ, ਤਾਂ ਹੀਟ ਟਰਾਂਸਫਰ ਹਮੇਸ਼ਾ ਹਾਈ ਟੈਂਪਰੇਚਰ ਟੂ ਲੋ ਟੈਂਪਰੇਚਰ ਵੱਲ ਹੁੰਦੀ ਹੈ। ਸੋ ਹੀਟ ਹੌਟ ਬੋਡੀ ਤੋਂ ਕੋਲਡ ਬੋਡੀ ਦੇ ਵਿੱਚ ਜਾਣ ਲੱਗ ਪਏਗੀ। ਸੋ ਕਿਉਂ ਜਾਣ ਲੱਗ ਪਏਗੀ? ਕਿਉਂਕਿ ਉਹ ਦੋਨੋਂ ਬੋਡੀਜ਼ ਥਰਮਲ ਇਕੁਇਲਿਬ੍ਰੀਅਮ ਦੇ ਵਿੱਚ ਆਉਣਾ ਚਾਹੁੰਦੀਆਂ ਹਨ। ਸੋ ਹੀਟ ਟਰਾਂਸਫਰ ਹੋਏਗੀ ਫਰੋਮ ਹੌਟ ਬੋਡੀ ਟੂ ਕੋਲਡ ਬੋਡੀ। ਸੋ ਆਫਟਰ ਸਮ ਟਾਈਮ ਜੋ ਟੈਂਪਰੇਚਰ ਹੈ ਦੋਨਾਂ ਦਾ ਆਲਮੋਸਟ ਸੇਮ ਹੋ ਜਾਏਗਾ। ਫੋਰ ਐਗਜ਼ਾਮਪਲ ਇੱਥੇ 26 डिग्री, both bodies will attain same temperature. This is called ਥਰਮੋਡਾਇਨਮਿਕ ਇਕੁਇਲਿਬ੍ਰੀਅਮ, ਕਿਉਂਕਿ ਕੋਈ એનર્ਜੀ ਟ੍ਰਾਂਸਫਰ, ਕੋਈ ਮਾਸ ਟ੍ਰਾਂਸਫਰ ਹੁਣ ਨਹੀਂ ਹੋ ਰਿਹਾ, ਦੋਨਾਂ ਦਾ ਟੈਂਪਰੇਚਰ ਸੇਮ ਹੈ। ਸੋ ਇਸ ਕੰਡੀਸ਼ਨ ਨੂੰ ਆਪਾਂ ਕਹਾਂਗੇ ਥਰਮੋਡਾਇਨਮਿਕ ਇਕੁਇਲਿਬ੍ਰੀਅਮ। ਇਸ ਤੋਂ ਬਾਅਦ ਆਪਾਂ ਕੁਝ ਕੁਐਸਚਨਸ ਤੁਹਾਨੂੰ ਦੱਸੇ ਸੀ, ਇਹ ਕੁਐਸਚਨਸ ਤੁਸੀਂ ਪ੍ਰਿਪੇਅਰ ਕਰ ਲੈਣੇ ਨੇ। ਨਾਓ ਨੈਕਸਟ topic of today's lecture is quasi-static process or quasi-equilibrium process. So what is quasi-static process? When a process is carried out in such a way that at every instant the system deviation from the thermodynamic equilibrium is very small, then the process is known as quasi-static process or quasi-equilibrium process. So अगर आप गल करिए इसनों आप रिवर्सिबल प्रोसैस भी कह सकते हैं। सिंपल की है, अगर एक पाथ फॉलो हो रहा, फॉर एग्जांपल पॉइंट ए टू पॉइंट बी एक स्टेट चेंज हो रही है, एक पाथ फॉलो कर रही है। सो अगर वो बहुत स्मॉल क्वांटिटी ऑफ डेविएशंस ने एक इंस्टेंट पॉइंट के उपर, उसनों आप कहते हैं क्वासी स्टैटिक और क्वासी इक्विलिब्रियम प्रोसैस। एक एग्जांपल लेके चलते हैं। लेट अस कंसीडर ए सिस्टम, एक सिस्टम आप देखते हैं जिहदे विच गैस कंटेन्ड इन सिलेंडर, द गैस हेल्ड बाय ए मूविंग पिस्टन of weight W placed over the piston. Due to the weight, the gas in cylinder is compressed after the gas reach equilibrium. The property of gas is denoted by P1, V1 and T1. So एक सिलेंडर ਦੇ ਵਿੱਚ ਗੈਸ ਫਿਲ ਕੀਤੀ ਹੋਈ ਹੈ ਜਿਹਦਾ ਪ੍ਰੈਸ਼ਰ ਹੈ P1
वॉल्यूम है V1 ਤੇ ਟੈਂਪਰੇਚਰ ਹੈ T1। ਉਸ ਗੈਸ ਦੇ ਉੱਪਰ ਪਿਸਟਨ ਹੈ, ਪਿਸਟਨ ਦੇ ਉੱਪਰ ਇੱਕ weight ਪਿਆ ਹੋਇਆ ਹੈ। ਸੋ ਜਦੋਂ ਗੈਸ ਐਕਸਪੈਂਡ ਕਰੇਗੀ ਸੋ ਜਦੋਂ ਇਹ ਗੈਸ ਦੇ ਪਿਸਟਨ ਦੇ ਉੱਪਰ ਇੱਕ weight ਪਲੇਸ ਕੀਤਾ ਹੈ, ਅਗਰ ਆਪਾਂ ਇਸ weight ਨੂੰ ਇੱਕਦਮ ਹਟਾ ਦਿੰਦੇ ਹਾਂ ਤੇ ਅਨਬੈਲੈਂਸਡ ਫੋਰਸ ਦੇ ਕਾਰਨ ਪਿਸਟਨ ਇੱਕਦਮ ਐਕਸਪੈਂਡ ਕਰ ਜਾਏਗਾ ਤੇ ਪਿਸਟਨ ਜਿਹੜਾ ਇੱਕ ਇਨੀਸ਼ੀਅਲ ਕੰਡੀਸ਼ਨ ਦੇ ਸੀ ਉਹ ਅਪਵਰਡ ਕੰਡੀਸ਼ਨ ਦੇ ਵਿੱਚ ਚਲ ਜਾਏਗਾ, ਅਪਵਰਡ ਪੋਜੀਸ਼ਨ ਤੇ ਚਲ ਜਾਏਗਾ। ਸੋ ਅਗਰ ਆਪਾਂ weight ਨੂੰ ਇੱਕਦਮ ਰਿਮੂਵ ਕਰ ਰਹੇ ਹਾਂ ਸੋ ਇੱਕਦਮ ਅਨਬੈਲੈਂਸਡ ਫੋਰਸ ਆ ਗਈ। ਸੋ ਉਸ ਅਨਬੈਲੈਂਸਡ ਫੋਰਸ ਦੇ ਆਉਣ ਦੇ ਨਾਲ, ਰਿਮੂਵ ਹੋਣ ਦੇ ਨਾਲ ਪਿਸਟਨ ਅਪਵਰਡ ਮੂਵ ਕਰ ਗਿਆ ਤੇ ਉਹ ਇੱਕ ਪੁਆਇੰਟ ਤੇ ਪਹੁੰਚ ਗਿਆ, ਲੈਟਸ ਸੇ ਪੁਆਇੰਟ P2, ਪ੍ਰੈਸ਼ਰ P2, ਵੋਲਿਊਮ V2 ਐਂਡ ਟੈਂਪਰੇਚਰ T2। ਸੋ ਗੈਸ ਐਕਸਪੈਂਡ ਹੋ ਗਈ। ਸੋ ਇਹ ਕਿਉਂ ਹੋਇਆ? ਕਿਉਂਕਿ ਆਪਾਂ ਜਿਹੜਾ weight ਸੀਗਾ ਗੈਸ ਨੂੰ ਕਾਊਂਟਰ ਕਰ ਰਿਹਾ ਸੀਗਾ, ਉਹਦੇ ਪ੍ਰੈਸ਼ਰ ਨੂੰ, ਉਹਨੂੰ ਰਿਮੂਵ ਕਰਤਾ ਇੰਸਟੈਂਟ। ਸੋ ਇਸ ਕੰਡੀਸ਼ਨ ਦੇ ਵਿੱਚ ਅਨਬੈਲੈਂਸਡ ਫੋਰਸ ਆ ਗਈ। ਸੋ ਜਿਹੜੇ ਪ੍ਰੋਪਰਟੀਜ਼ ਸੀਗੀਆਂ ਸਿਸਟਮ ਦੀਆਂ ਉਹ ਚੇਂਜ ਹੋ ਗਈਆਂ P2, V2 ਐਂਡ T2। ਜਦੋਂ weight ਰਿਮੂਵ ਕਰਤਾ ਪਿਸਟਨ ਅਪਵਰਡ ਪੋਜੀਸ਼ਨ ਤੇ ਚਲ ਗਿਆ। ਉਸ ਤੋਂ ਬਾਅਦ ਉੱਥੇ ਉਹ ਫਿਰ ਇਕੁਇਲਿਬਰੀਅਮ ਕੰਡੀਸ਼ਨ ਦੇ ਵਿੱਚ ਚਲ ਗਿਆ ਕਿਉਂਕਿ ਉੱਥੇ ਪ੍ਰੈਸ਼ਰ P2, V2 ਐਂਡ T2 ਅਚੀਵ ਹੋ ਗਏ। ਲੇਕਿਨ ਜਿਹੜਾ ਉਹਨੇ ਪ੍ਰੋਸੈਸ ਫੋਲੋ ਕੀਤਾ, ਜਿਹੜਾ ਪਾਥ ਫੋਲੋ ਕੀਤਾ, ਉਹ ਨੌਨ ਇਕੁਇਲਿਬਰੀਅਮ ਸੀ ਕਿਉਂਕਿ ਉਹ ਇੰਸਟੈਂਟ ਇੱਕ ਝਟਕੇ ਦੇ ਨਾਲ ਹੀ ਚੇਂਜ ਹੋ ਗਿਆ। ਸੋ ਜਿਹੜਾ ਪਾਥ ਔਰ ਪ੍ਰੋਸੈਸ ਫੋਲੋ ਹੋਇਆ ਦੈਟ ਇਜ਼ ਨੌਨ ਇਕੁਇਲਿਬਰੀਅਮ ਪਾਥ ਔਰ ਪ੍ਰੋਸੈਸ। ਬਟ ਅਗਰ ਸੇਮ ਐਗਜ਼ਾਮਪਲ ਆਪਾਂ ਲੈ ਕੇ ਚੱਲਦੇ ਹਾਂ ਕਿ ਅਸੀਂ ਜਿਹੜਾ weight ਪਲੇਸ ਕੀਤਾ, ਅਸੀਂ weight ਇੱਕ ਸੇਮ ਆਬਜੈਕਟ ਦੀ ਜਗ੍ਹਾ ਸਮਾਲ ਕੁਆਂਟੀਟੀਜ਼ ਦੇ weight ਰੱਖੇ, weight ਉਨਾ ਹੀ ਰੱਖਿਆ ਲੇਕਿਨ ਜੋ ਕੁਆਂਟੀਟੀ ਸੀਗੀਆਂ ਉਹਨਾਂ ਦੀਆਂ ਉਹ ਚੇਂਜ ਕਰਤੀਆਂ। ਯਾਨੀ ਕਿ ਦੇਖ ਸਕਦੇ ਹੋ ਇੱਥੇ weight ਦੀ ਡੈਰੀਵੇਸ਼ਨ ਡਿਵਾਈਡਡ ਕਰਤਾ weight ਨੂੰ ਸਮਾਲ ਕੁਆਂਟੀਟੀਜ਼ ਦੇ ਵਿੱਚ। ਸੋ ਇਸ weight ਦੇ ਡਿਵਾਈਡ ਹੋਣ ਦੇ ਨਾਲ ਕੀ ਫਰਕ ਪਿਆ? ਸੋ ਜਦੋਂ ਅਸੀਂ weight ਪਲੇਸ ਕੀਤਾ, ਜਿਹੜੀ ਗੈਸ ਦੀ ਅਪਵਰਡ ਫੋਰਸ ਆ ਐਗਜ਼ਰਟ ਕਰ ਰਹੀ ਆ ਜਿਹੜਾ weight ਹੈਗਾ। ਸੋ ਜਦੋਂ weight ਆਪਾਂ ਰਿਮੂਵ ਕਰਤਾ ਇੱਕਦਮ ਅਨਬੈਲੈਂਸਡ ਫੋਰਸ ਆ ਗਈ ਹੈ ਸਿਸਟਮ ਐਂਡ ਸਰਾਊਂਡਿੰਗ ਦੇ ਵਿੱਚ। ਸੋ ਕੀ ਹੋਇਆ? ਗੈਸ ਦੇ ਪ੍ਰੈਸ਼ਰ ਦੇ ਨਾਲ ਜਿਹੜਾ ਪਿਸਟਨ ਹੈ ਉਹ ਅਪਵਰਡ ਪੋਜੀਸ਼ਨ ਤੇ ਚਲ ਗਿਆ। ਲੇਕਿਨ ਜਦੋਂ ਅਪਵਰਡ ਪੋਜੀਸ਼ਨ ਤੇ ਚਲ ਗਿਆ ਇੱਕ ਟਾਈਮ ਤੇ ਆ ਕੇ ਉਹ ਸਟੇਬਲ ਹੋ ਗਿਆ। ਸੋ ਉਹ ਇਕੁਇਲਿਬਰੀਅਮ ਕੰਡੀਸ਼ਨ ਦੇ ਵਿੱਚ ਦੁਬਾਰਾ ਚਲ ਗਿਆ। ਦੈਟ ਇਕੁਇਲਿਬਰੀਅਮ ਕੰਡੀਸ਼ਨ ਇਜ਼ P2, V2 ਐਂਡ T2। ਬਟ ਦਾ ਇੰਟਰਮੀਡੀਏਟ ਸਟੇਟ ਮਤਲਬ ਜਦੋਂ ਉਹ ਪੁਆਇੰਟ ਫਸਟ ਤੋਂ ਪੁਆਇੰਟ ਸੈਕਿੰਡ ਤੇ ਗਿਆ, ਯਾਨੀ ਪਿਸਟਨ ਪਹਿਲਾਂ ਨੀਚੇ ਸੀਗਾ, ਪੋਜੀਸ਼ਨ ਨੀਚੇ ਸੀ, ਜਦੋਂ ਉਹ ਐਕਸਪੈਂਡ ਹੋਇਆ ਪੋਜੀਸ਼ਨ ਸੈਕਿੰਡ ਤੇ ਚਲ ਗਿਆ। ਜਿਹੜਾ ਉਹਨੇ ਪਾਥ ਫੋਲੋ ਕੀਤਾ ਉਹ ਪਾਥ ਨੌਨ ਇਕੁਇਲਿਬਰੀਅਮ ਕੰਡੀਸ਼ਨ ਦੇ ਵਿੱਚ ਸੀਗਾ। ਸੋ ਇਸ ਚੀਜ਼ ਨੂੰ ਆਪਾਂ ਨੌਨ ਇਕੁਇਲਿਬਰੀਅਮ ਕੰਡੀਸ਼ਨ ਕਵਾਂਗੇ। ਬਟ suppose the weight is made of large number of small weight, ਆਪਾਂ same ਉਨਾ ਹੀ weight ਲਿਆ ਲੇਕਿਨ large number of small weights ਲਏ। ਠੀਕ ਹੈ, ਅੱਗੇ ਸਿਰਫ ਆਪਾਂ ਇੱਕ weight ਰੱਖਿਆ ਸੀਗਾ ਫੋਰ ਐਗਜ਼ਾਮਪਲ 10 kg, ਲੇਕਿਨ ਹੁਣ ਆਪਾਂ 1 kg ਦੇ 10 ਪੀਸਿਸ ਚੂਜ਼ ਕੀਤੇ ਐਂਡ ਉਸ 1 kg ਦੇ ਜਿਹੜੇ ਪੀਸਿਸ ਸੀਗੇ ਉਹਨਾਂ ਨੂੰ 1 by 1 ਰਿਮੂਵ ਕਰਨਾ ਸਟਾਰਟ ਕੀਤਾ। ਫੋਰ ਐਗਜ਼ਾਮਪਲ at some point ਆਪਾਂ 1 kg ਰਿਮੂਵ ਕਰਤਾ। ਸੋ ਜਦੋਂ ਰਿਮੂਵ ਕੀਤਾ ਜਿਹੜਾ ਪਿਸਟਨ ਐਕਸਪੈਂਡ ਕਰੇਗਾ ਬਿਲਕੁਲ ਮਾਈਨਰ ਪੋਜੀਸ਼ਨ ਉਹਦੀ ਐਕਸਪੈਂਡ ਹੋਏਗੀ, ਲੇਕਿਨ ਜੋ ਉਹਨੇ ਪਾਥ ਫੋਲੋ ਕਰੇਗਾ ਉਸ ਤੋਂ ਬਿਲਕੁਲ ਮਾਈਨਰ ਡੈਵੀਏਸ਼ਨ ਹੋਏਗਾ। ਸੋ ਜੋ ਇਸੇ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਸਾਰੇ 1 kg ਦੇ ਜਿਹੜੇ weight ਸੀਗੇ ਉਹ ਰਿਮੂਵ ਕਰਦੇ ਗਏ, ਇੱਕ ਇੱਕ ਕਰਕੇ ਸਾਰੇ weight ਰਿਮੂਵ ਕਰਦੇ ਗਏ। ਸੋ ਜਿਹੜਾ ਸਾਡਾ ਇਨੀਸ਼ੀਅਲ ਕੰਡੀਸ਼ਨ ਸੀਗੀ ਪਿਸਟਨ ਦੀ, ਉਸ ਤੋਂ ਬਾਅਦ ਜਦੋਂ ਸਾਰੇ weight ਰਿਮੂਵ ਹੋ ਗਏ ਉਹ ਫਾਈਨਲ ਕੰਡੀਸ਼ਨ ਤੇ ਪਹੁੰਚ ਗਿਆ। ਲੇਕਿਨ ਜਿਹੜਾ ਉਹਨੇ ਪਾਥ ਫੋਲੋ ਕੀਤਾ, ਜੋ ਉਹਨੇ ਪਾਥ ਫਰੋਮ ਪੁਆਇੰਟ ਫਸਟ ਟੂ ਪੁਆਇੰਟ ਸੈਕਿੰਡ ਤੱਕ ਜਾਣ ਲਈ ਜਿਹੜਾ ਪਾਥ ਫੋਲੋ ਕੀਤਾ, ਪ੍ਰੋਸੈਸ ਫੋਲੋ ਕੀਤਾ, ਉਹ ਅਪਰੋਕਸੀਮੇਟਲੀ ਉਹੀ ਪਾਥ ਫੋਲੋ ਕੀਤਾ ਜੋ ਇਕੁਇਲਿਬਰੀਅਮ ਕੰਡੀਸ਼ਨ ਦੇ ਵਿੱਚ ਸੀ, ਬਿਲਕੁਲ ਮਾਈਨਰ ਡੈਵੀਏਸ਼ਨ ਦੇ ਨਾਲ। ਸੋ ਇਸ ਚੀਜ਼ ਨੂੰ ਹੀ ਆਪਾਂ ਕੁਆਸੀ ਸਟੈਟਿਕ ਪ੍ਰੋਸੈਸ ਕਹਿੰਦੇ ਆ। Then we have intermediate equilibrium state, and the path described by these state will not deviate much from the thermodynamic equilibrium state.
सिंपल आप एग्जांपल देख रहे हैं, दिस इज योर फर्स्ट स्टेट, दिस इज योर सेकंड स्टेट। सो ਜਦੋਂ ਆਪਾਂ weight remove ਕਰਨਾ ਸਟਾਰਟ ਕੀਤਾ, ਲੈਟਸ ਸੇ ਆਪਾਂ ਫਸਟ kg weight ਰਿਮੂਵ ਕੀਤਾ, 10 kg weight ਸੀਗਾ, ਆਪਾਂ ਉਹਦੇ ਵਿੱਚੋਂ 1 kg ਰਿਮੂਵ ਕੀਤਾ। ਸੋ ਪਿਸਟਨ ਐਕਸਪੈਂਡ ਹੋਇਆ, ਉਹਨੇ ਇੱਕ ਪਾਥ ਫੋਲੋ ਕੀਤਾ, ਦਿਸ ਪਾਥ ਔਰ ਪ੍ਰੋਸੈਸ। ਜਦੋਂ ਆਪਾਂ ਦੂਸਰਾ weight ਹਟਾਇਆ, ਇਸ ਪੁਆਇੰਟ ਤੇ ਆ ਕੇ ਥੋੜਾ ਜਿਹਾ ਡੇਵੀਏਟ ਹੋ ਗਿਆ, ਉਸ ਪੁਆਇੰਟ ਲਾਈਨ ਤੋਂ ਥੋੜਾ ਜਿਹਾ ਡੇਵੀਏਟ ਹੋ ਗਿਆ, ਇਸ ਤੇ ਚਲ ਗਿਆ। ਥਰਡ weight ਹਟਾਇਆ, ਥੋੜਾ ਜਿਹਾ ਹੋਰ ਡੇਵੀਏਟ ਹੋ ਗਿਆ ਨੈਕਸਟ ਪੁਆਇੰਟ। ਸੋ ਇਸ ਤਰ੍ਹਾਂ ਕਰਦੇ ਕਰਦੇ ਉਹ ਜਦੋਂ ਆਪਾਂ weight ਰਿਮੂਵ ਕਰਦੇ ਗਏ ਸਲੋਲੀ, ਸਲੋ ਪ੍ਰੋਸੈਸ ਦੇ ਅਕੋਰਡਿੰਗ weight ਰਿਮੂਵ ਕਰਦੇ ਗਏ, ਤਾਂ ਉਹਨੇ ਪਾਥ ਉਹੀ ਫੋਲੋ ਕੀਤਾ, ਬਿਲਕੁਲ ਮਾਈਨਰ ਡੇਵੀਏਸ਼ਨ ਆ, ਬਿਲਕੁਲ ਹਲਕਾ ਆਪਣੀ ਲਾਈਨ ਤੋਂ ਸਾਈਡ ਤੇ ਹੋਇਆ, ਲੇਕਿਨ ਮੋਸਟਲੀ ਪਾਥ ਉਹੀ ਫੋਲੋ ਕੀਤਾ। ਸੋ ਜਿਹੜੀ ਇਨੀਸ਼ੀਅਲ ਕੰਡੀਸ਼ਨ ਤੋਂ ਫਾਈਨਲ ਕੰਡੀਸ਼ਨ, ਇਨੀਸ਼ੀਅਲ ਸਟੇਟ ਤੋਂ ਫਾਈਨਲ ਸਟੇਟ ਤੇ ਪਹੁੰਚਣ ਦੇ ਲਈ ਉਹਨੇ ਜਿਹੜਾ ਪਾਥ ਫੋਲੋ ਕੀਤਾ, ਉਹ ਅਪਰੋਕਸੀਮੇਟਲੀ ਇਕੁਇਲਿਬਰੀਅਮ ਕੰਡੀਸ਼ਨ ਦੇ ਅਕੋਰਡਿੰਗ ਹੀ ਕੀਤਾ। ਸੋ such a process which is the locus of all the intermediate point passed by the system is known as quasi-static process. It means this process is almost near to the thermodynamic equilibrium process. So 100% equilibrium process नहीं होगा, लेकिन almost near to the thermodynamic equilibrium process. Infinite slowness is the characteristic feature of a quasi-static process. So infinite slowness, so जिन्नी slowness ਦੇ ਨਾਲ ਆਪਾਂ ਇਸ process ਨੂੰ repeat ਕਰਾਂਗੇ, ਉਨਾ ਹੀ ਜ਼ਿਆਦਾ ਆਪਾਂ 100% thermodynamic equilibrium process ਦੇ near about ਜਾਵਾਂਗੇ। ਫੋਰ ਐਗਜ਼ਾਮਪਲ ਆਪਾਂ 10 kg weight ਲਿਆ, ਉਹਨੂੰ 10 ਪਾਰਟਸ ਦੇ ਵਿੱਚ ਡਿਵਾਈਡ ਕੀਤਾ 1 kg ਦੇ। ਅਗਰ ਆਪਾਂ ਉਹੀ ਉਹਨੂੰ 20 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਤਾਂ ਸਾਡਾ ਗ੍ਰਾਫ ਹੋਰ ਜ਼ਿਆਦਾ ਐਕੂਰੇਟ ਬਣਦਾ, ਯਾਨੀ ਕਿ ਜੋ ਪਾਥ ਫੋਲੋ ਹੁੰਦਾ ਉਹ ਇੰਟਰਮੀਡੀਏਟ ਪਾਥ ਉਹ ਹੋਰ ਮੋਰ ਥਰਮੋਡਾਇਨਾਮਿਕ ਇਕੁਇਲਿਬਰੀਅਮ ਕੰਡੀਸ਼ਨ ਦੇ ਵਿੱਚ ਹੁੰਦਾ। ਸੋ ਇਹ ਸੀ ਤੁਹਾਡਾ ਕੁਆਸੀ ਸਟੈਟਿਕ ਪ੍ਰੋਸੈਸ। ਨੈਕਸਟ ਹੈ ਫਲੋ ਐਂਡ ਨੋਨ ਫਲੋ ਪ੍ਰੋਸੈਸ। ਆਲਮੋਸਟ ਸੇਮ ਨੇ ਸਾਡੇ ਫਲੋ ਐਂਡ ਨੋਨ ਫਲੋ ਪ੍ਰੋਸੈਸ, ਜੈਸੇ ਕਲੋਜ਼ ਸਿਸਟਮ ਐਂਡ ਓਪਨ ਸਿਸਟਮ ਹੁੰਦਾ ਹੈ। Key definition is the process occurring in closed system which do not permit the transfer of mass to and from the system are known as flow process. अगर closed system है तो mass transfer नहीं हो रहा from the system and in the system, then it is flow process. It may be noted that in non-flow processes, the energy crosses the system boundary in the form of heat and work, but there is no mass flow in the out of system. So same है कि energy transfer हो सकती है लेकिन mass transfer नहीं हो सकता। So second is flow process, the process occurring in open system which permits the transfer of mass to and from the system. So same process ਦੇ ਵਿੱਚ mass transfer ਹੋ ਸਕਦਾ ਹੈ, energy and ਹੀਟ ਦਾ ਟ੍ਰਾਂਸਫਰ ਹੋ ਹੀ ਸਕਦੀ ਹੈ, ਮਾਸ ਵੀ ਟ੍ਰਾਂਸਫਰ ਹੋ ਸਕਦਾ ਹੈ। ਸੋ ਦਿਸ ਇਜ਼ ਫਲੋ ਪ੍ਰੋਸੈਸ। ਫਲੋ ਪ੍ਰੋਸੈਸ ਅੱਗੇ ਦੋ ਤਰ੍ਹਾਂ ਦੇ ਨੇ, ਫਸਟ ਇਜ਼ ਸਟੈਡੀ ਫਲੋ ਪ੍ਰੋਸੈਸ, ਸੈਕੰਡ ਇਜ਼ ਅਨਸਟੈਡੀ ਅਨਸਟੈਡੀ ਔਰ ਨॉन ਸਟੈਡੀ ਫਲੋ ਪ੍ਰੋਸੈਸ। ਸਟੈਡੀ ਫਲੋ ਪ੍ਰੋਸੈਸ ਦੀ ਐਗਜ਼ਾਮਪਲ, ਅਗਰ ਇੱਕ ਨੋਜ਼ਲ ਦੇ ਵਿੱਚੋਂ ਕੋਈ ਫਲੋ ਹੋ ਰਿਹਾ ਹੈ ਔਰ ਟਰਬਾਈਨ ਦਾ ਕੰਪਰੈਸਰ। ਨॉन ਸਟੈਡੀ ਦੇ ਵਿੱਚ ਅਗਰ ਆਪਾਂ ਕੋਈ ਬੋਟਲ ਨੂੰ ਖਾਲੀ ਕਰ ਰਹੇ ਹਾਂ, ਬੋਟਲ ਦੇ ਵਿੱਚ ਵਾਟਰ ਆ ਉਹਨੂੰ ਖਾਲੀ ਕਰ ਰਹੇ ਹਾਂ, ਸੋ ਨॉन ਸਟੈਡੀ ਪ੍ਰੋਸੈਸ ਹੈ, ਜਿਹੜਾ ਫਲੋ ਆ ਇਰੈਗੂਲਰ ਆ, ਰੈਗੂਲਰ ਫਲੋ ਨਹੀਂ ਹੈਗਾ। ਸੋ ਦੈਟ ਇਜ਼ ਫਲੋ ਪ੍ਰੋਸੈਸ। ਦੋ ਤਰ੍ਹਾਂ ਦੇ ਨੇ, ਨॉन ਫਲੋ ਐਂਡ ਫਲੋ ਪ੍ਰੋਸੈਸ। ਸੋ ਨੈਕਸਟ ਲੈਕਚਰ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਕੁਝ ਡੈਫੀਨੇਸ਼ਨ, ਬੇਸਿਕ ਡੈਫੀਨੇਸ਼ਨਸ, ਵਰਕ, ਹੀਟ ਐਂਡ ਐਨਰਜੀ। what is work, what is heat and what is energy। ਸੋ ਕਿਸੇ ਵੀ ਸਟੂਡੈਂਟ ਦੀ ਕੋਈ ਕੁਐਰੀ ਹੋਵੇ, ਕੋਈ ਕੁਐਸਚਨ ਹੋਵੇ, ਵੀਡੀਓ ਦੇਖਣ ਤੋਂ ਬਾਅਦ ਜ਼ੂਮ ਲੈਕਚਰ ਦੇ ਵਿੱਚ ਆਪਾਂ ਲਾਈਵ ਸੈਸ਼ਨ ਕਰਾਂਗੇ, ਉਸ ਦੇ ਵਿੱਚ ਤੁਸੀਂ ਆਪਣੀ ਕੁਐਰੀਜ਼ ਲੈ ਲੈਣੀਆਂ ਨੇ। ਕੋਈ ਵੀ ਤੁਹਾਡਾ ਡਾਊਟ ਹੈ ਉਹਨੂੰ ਨੋਟ ਡਾਊਨ ਕਰਕੇ ਰੱਖ ਲਓ, ਫਿਰ ਜਦੋਂ ਆਪਾਂ ਜ਼ੂਮ ਦੇ ਥਰੂ ਲਾਈਵ ਸੈਸ਼ਨ ਲਗਾਵਾਂਗੇ ਸਾਰੇ ਸਟੂਡੈਂਟਸ ਆਪਣਾ ਡਾਊਟ ਪੁੱਛ ਸਕਦੇ ਨੇ, ਉਹਨਾਂ ਦੇ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ। ਥੈਂਕ ਯੂ।